Dear students, we are studying electrostatic plus 2 class ਦਾ ਪਹਿਲਾ ਚੈਪਟਰ ਕਿ ਚਾਰजेस ਰੈਸਟ ਤੇ ਹੁੰਦੇ ਆ। ਪਰ ਚਾਰजेस ਤੇ ਵੀ ਆਪਾਂ ਕਿੱਥੋਂ ਆਏ ਉਹਦੇ ਲਈ ਆਪਾਂ ਨੂੰ ਜਾਣਨਾ ਪਵੇਗਾ ਕਿ ਫਿਜ਼ਿਕਸ ਦੇ ਵਿੱਚ ਆਖਰ ਆਪਾਂ ਕੀ ਪੜ੍ਹਨਾ। +1 ਤੋਂ ਲੈ ਕੇ +1 ਦੀ ਸਟਾਰਟਿੰਗ ਤੋਂ ਲੈ ਕੇ +2 ਦੇ ਅਖੀਰ ਤੱਕ ਫਿਜ਼ਿਕਸ ਦੇ ਵਿੱਚ ਤੋਂ ਕੀ ਐਕਸਪੈਕਟੇਸ਼ਨ ਹੈ ਬੋਰਡ ਦੀਆਂ ਅਤੇ ਕੰਪੀਟੀਟਿਵ ਐਗਜ਼ਾਮ ਦੀਆਂ, ਉਹ ਚੀਜ਼ਾਂ ਨੂੰ ਲੈ ਕੇ ਚੱਲਦੇ ਹਾਂ। +1 ਦੇ ਵਿੱਚ ਸ਼ੁਰੂਆਤ ਹੋਈ ਤਾਂ ਸਾਨੂੰ ਯੂਨਿਟਸ ਬਾਰੇ ਪੜ੍ਹਾਇਆ ਗਿਆ ਕਿ ਮਾਪਦੰਡ ਕੀ ਹੁੰਦੇ ਆ। ਮੀਨਸ ਜੇ ਆਪਾਂ ਕਿਸੇ ਚੀਜ਼ ਨੂੰ ਮੈਜ਼ਰ ਕਰਨਾ ਇਨ ਟਰਮਸ ਆਫ ਲੈਂਥ, ਇਨ ਟਰਮਸ ਆਫ ਇਟਸ ਮਾਸ, ਇਨ ਟਰਮਸ ਆਫ ਟਾਈਮ, ਉਹ ਚੀਜ਼ਾਂ ਦੀ ਮੈਜ਼ਰਮੈਂਟ ਕਰਨ ਵਾਸਤੇ ਸਾਨੂੰ ਕੁਛ ਇੱਕ ਯੂਨਿਟਸ ਪ੍ਰਿਸਕ੍ਰਾਈਬ ਸੀ, ਜਿਹਦੇ ਵਿੱਚ ਲੈਂਥ, ਮਾਸ ਅਤੇ ਟਾਈਮ ਨੂੰ ਆਪਾਂ ਕੌਨਸਟੈਂਟ ਇੰਟ੍ਰਿੰਸਿਕ ਪ੍ਰੋਪਰਟੀ ਬਦਲਿਆ ਸੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਵਰਤ ਕੇ ਕੋਈ ਨਵੀਆਂ ਯੂਨਿਟਸ ਨਿਕਲਦੀਆਂ ਸੀ, ਨਵੀਆਂ ਕੁਆਂਟੀਟੀਜ਼ ਨਿਕਲੀਆਂ ਸੀ। ਫਿਰ ਆਪਾਂ ਉਹਨਾਂ ਨੂੰ ਨਾਪਦੇ ਸੀ, ਕੁਛ ਪਰਸੈਂਟੇਜ ਐਰਰ ਨਿਕਲਦੀਆਂ ਸੀ। ਉਹ ਚੀਜ਼ਾਂ ਇਨ ਸ਼ਾਰਟ ਨੀਂਹ ਮਜ਼ਬੂਤ ਕੀਤੀ ਗਈ ਯੂਨਿਟਸ ਦੇ ਆਧਾਰ 'ਤੇ। ਜੇ ਸਾਨੂੰ ਯੂਨਿਟਸ ਪਤਾ ਹੋਣਗੀਆਂ, ਸਾਨੂੰ ਪਤਾ ਹੋਵੇਗਾ ਕਿ ਆਉਣ ਵਾਲੀ ਕੁਆਂਟਿਟੀ ਕਿਹੜੇ ਫੈਕਟਰਸ 'ਤੇ ਡਿਪੈਂਡ ਕਰ ਰਹੀ ਹੈ। ਜਦੋਂ ਇੰਨੀ ਚੀਜ਼ ਪਤਾ ਲੱਗ ਗਈ, ਫਿਰ ਆਪਾਂ ਵੱਖਰੀਆਂ ਚੀਜ਼ਾਂ ਇੱਕ ਸਿਸਟਮ ਨੂੰ ਸਟੱਡੀ ਕੀਤਾ। ਸਿਸਟਮ ਦੇ ਵਿੱਚ ਦੋ ਅਲੱਗ-ਅਲੱਗ ਟ੍ਰੇਨਸ ਇੱਕ ਦੂਜੇ ਨੂੰ ਕ੍ਰੋਸ ਕਰ ਰਹੀਆਂ ਨੇ। ਕੋਈ ਕਾਰ ਹੈ, ਸਟਰੇਟ ਲਾਈਨ ਮੋਸ਼ਨ ਦੇ ਵਿੱਚ ਮੂਵ ਕਰ ਰਹੀ ਹੈ। ਇਨ ਸ਼ਾਰਟ ਆਪਾਂ ਸਟਰੇਟ ਲਾਈਨ ਮੋਸ਼ਨ ਨੂੰ ਸਟੱਡੀ ਕੀਤਾ, ਕਿਸੇ ਦੋ ਸਿਸਟਮ ਦੇ ਵਿੱਚ ਕੰਪੇਅਰ ਕੀਤਾ। ਉਸ ਤੋਂ ਬਾਅਦ ਕਰਵਡ ਮੋਸ਼ਨ ਦੇ ਵਿੱਚ ਕਾਰ ਮੂਵ ਕਰ ਰਹੀ ਹੈ। ਤੁਸੀਂ ਇੱਕ ਸਟੋਨ ਮੂਵ ਕਰ ਰਿਹਾ, ਕਿਸੇ ਬੱਚੇ ਨੇ ਪਕੜਿਆ ਹੋਇਆ, ਉਹ ਸਟੋਨ ਮੂਵ ਕਰ ਰਿਹਾ ਕਰਵਡ ਪਾਥ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਅਸੀਂ ਦੇਖਿਆ ਸੀ ਕੋਈ ਟ੍ਰੇਨਸ, ਕਾਰਸ ਅਲੱਗ-ਅਲੱਗ ਮੂਵ ਕਰਦੀਆਂ। ਉਹਦੇ ਵਿੱਚ ਫਿਜ਼ਿਕਸ ਦਾ ਲੌਜਿਕ ਅਸੀਂ ਸਮਝਿਆ ਸੀ। ਉਦੋਂ ਬਾਅਦ ਕਰਵਡ ਪਾਥ ਵਿੱਚ ਫਿਜ਼ਿਕਸ ਦਾ ਲੌਜਿਕ ਸਮਝਿਆ ਸੀ। ਫਿਰ ਆਗੇ ਸਿਸਟਮ ਤੋਂ ਬਾਅਦ ਆਪਾਂ ਇੱਕ ਪਰਟੀਕੂਲਰ ਮਾਸ ਦੇ ਉੱਤੇ, ਫੋਰ ਐਗਜ਼ਾਮਪਲ ਅਸੀਂ ਸਟੇਡੀਅਮ ਦੇ ਵਿੱਚ ਖੜ੍ਹੇ ਹਾਂ। ਸਟੇਡੀਅਮ ਤੋਂ ਬਾਹਰ ਜਾ ਕੇ ਅਸੀਂ ਕੀ ਓਬਜ਼ਰਵ ਕੀਤਾ ਕਿ ਇੱਥੇ ਦੋ ਟ੍ਰੇਨਸ ਜਦੋਂ ਲੰਘ ਰਹੀਆਂ ਸੀ, ਟ੍ਰੇਨਸ ਦੇ ਵਿੱਚ ਇਕੱਲੇ ਪੈਸੰਜਰ ਦਾ ਮਾਸ ਨਹੀਂ ਲੈਣਾ, ਓਵਰਆਲ ਪੂਰੀ ਟ੍ਰੇਨ ਦਾ ਸੈਂਟਰ ਆਫ ਮਾਸ, ਟੋਟਲ ਮਾਸ ਕਿੱਥੇ ਕੰਸਨਟਰੇਟ ਕਰ ਰਿਹਾ। ਮਤਲਬ ਅਸੀਂ ਹੋਰ ਬਰੀਕੀ ਦੇ ਵਿੱਚ ਗਏ। ਜਦੋਂ ਸੈਂਟਰ ਆਫ ਮਾਸ ਦੀ ਗੱਲ ਆਈ, ਹੋਰ ਤੁਹਾਡੇ ਕੋਲ ਥਿਊਰੀਜ਼ ਆਈਆਂ, ਉਹ ਮਾਸ ਰੋਟੇਸ਼ਨ ਦੇ ਨਾਲ ਕਿਵੇਂ ਵੇਰੀ ਕਰਦਾ, ਉਹ ਚੀਜ਼ਾਂ ਦੇਖੀਆਂ, ਅਤੇ ਮਾਸ ਦੇ ਨਾਲ ਕੀ ਰਿਲੇਸ਼ਨ ਹੁੰਦਾ, ਉਹ ਚੀਜ਼ਾਂ ਦੇਖੀਆਂ। ਉਸ ਤੋਂ ਬਾਅਦ ਬੇਟਾ ਅਸੀਂ ਫਰਦਰ ਅੱਗੇ ਹੋਰ ਪ੍ਰੋਸੀਡ ਕੀਤਾ। ਅਸੀਂ ਪਾਇਆ ਕਿ ਮਾਸ ਦੇ ਵਿੱਚ ਇਲਾਸਟਿਸਿਟੀ ਕਿਵੇਂ ਆਉਂਦੀ ਹੈ। ਜੇ ਆਪਾਂ ਕਿਸੇ ਚੀਜ਼ ਨੂੰ ਕੰਪਲੀਟਲੀ ਰਿਜਿਡ ਬੋਲਿਆ ਸੀ ਤਾਂ ਉਹਦੇ ਵਿੱਚ ਇਲਾਸਟਿਕ ਕਿਵੇਂ ਆ, ਸਾਨੂੰ ਉਸ ਬੋਡੀ ਦੇ ਅੰਦਰ, ਉਹਦੇ ਸਟਰਕਚਰ ਦੇ ਅੰਦਰ ਹੋਰ ਡੈਪਥ ਦੇ ਵਿੱਚ ਜਾਣਾ ਪਿਆ। ਫਿਰ ਕਰਾਉਂਦੇ ਕਾਈਨੈਟਿਕ ਥਿਊਰੀ ਆਫ ਗੈਸਿਸ ਦੇ ਵਿੱਚ ਆਏ, ਜਿਹਦੇ ਵਿੱਚ ਐਟਮਸ ਦੀ ਗੱਲ ਕੀਤੀ। ਹੁਣ ਜਦੋਂ ਐਟਮਸ ਦੀ ਗੱਲ ਹੋ ਗਈ ਤਾਂ ਐਟਮਸ ਵਾਈਬਰੇਟ ਕਰਦੇ ਸੀ। ਐਟਮਸ ਆਪਦੀ ਪੋਜੀਸ਼ਨ, ਇਕੁਇਲਿਬਰੀਅਮ ਪੋਜੀਸ਼ਨ ਦੇ ਆਲੇ ਦੁਆਲੇ ਘੁੰਮਦੇ ਸੀ। ਇੱਥੇ ਹੀ ਸਾਡੀ ਕਲਾਸ +1 ਦਾ ਐਂਡ ਹੋ ਗਿਆ। ਹੁਣ ਕਲਾਸ +2 ਸਟਾਰਟ ਕਿੱਥੋਂ ਹੁੰਦੀ ਹੈ? ਐਟਮਸ ਤੋਂ ਕਲਾਸ +2। ਹੁਣ ਆਪਾਂ ਬਰੀਕੀ ਦੀ ਸਾਇੰਸ ਦੇਖੋ, ਬਹੁਤ ਵੱਡਾ ਜਿਹਾ ਫਰੇਮ ਲੈ ਕੇ ਉਸ ਵੱਡੇ ਤੋਂ ਹੋਰ ਮਾਈਨਿਊਟ ਡਿਟੇਲ ਦੇ ਵਿੱਚ ਜਾ ਕੇ ਕਲਾਸ ਕੰਪਲੀਟ। ਹੁਣ ਨਵੀਂ ਕਲਾਸ ਵੀ ਆਪਾਂ ਉਸੇ ਮਾਈਨਿਊਟ ਨੂੰ, ਉਸੇ ਸੀਰੀਜ਼ ਨੂੰ ਅੱਗੇ ਤੋਰਨਾ। ਹੁਣ ਨਿਊ ਕਲਾਸ ਦੇ ਵਿੱਚ ਹੁਣ ਸਾਡੇ ਕੋਲ ਫਰਜ਼ ਕਰੋ ਇੱਕ ਐਗਜ਼ਾਮਪਲ ਆਈ, ਕਲਾਸੀਕਲ ਜੀ ਐਗਜ਼ਾਮਪਲ ਹੈ ਕੋਂਬ ਦੀ, ਮਤਲਬ ਕੰਘੇ ਦੀ ਐਗਜ਼ਾਮਪਲ ਆ। ਤੁਸੀਂ ਵਾਲਾਂ 'ਚ ਕੰਘਾ ਫੇਰੋ, ਇਹ ਤੋਂ ਬਾਅਦ ਸਮੋਲ ਪੀਸਿਸ ਆਫ ਬਿਟਸ ਆਫ ਪੇਪਰ, ਜਿਨ੍ਹਾਂ ਨੂੰ ਕਿਹਾ ਜਾਂਦਾ, ਪੇਪਰ ਦੇ ਕੋਲ ਕਰੋ, ਚੀਜ਼ਾਂ ਅਟਰੈਕਟ ਹੋਣਗੀਆਂ। ਕੀ ਇਹ ਕਾਰ ਨਾਲ ਕੰਸੈਪਟ ਰਿਲੇਟ ਕਰਦਾ, ਸਪੀਡ ਵੈਲੋਸਿਟੀ ਨਾਲ ਕਰਾਂ? ਨੋ। ਤੁਹਾਨੂੰ +1 ਕਲਾਸ ਦੇ ਕਿਸੇ ਵੀ ਕੰਸੈਪਟ ਦੇ ਵਿੱਚੋਂ ਆਨਸਰ ਨਹੀਂ ਮਿਲੇਗਾ। ਇਟ ਮੀਨਸ ਸਮਥਿੰਗ ਇਜ਼ ਦੇਅਰ। ਕੀ ਸਟੱਡੀ ਕਰਨਾ? ਐਟਮਸ 'ਤੇ ਛੱਡਿਆ ਸੀ, ਐਟਮ ਦੇਖੋ। ਕੰਘੇ ਦੇ ਅੰਦਰ ਕਿੰਨੇ ਹੀ ਐਟਮ ਹੋਣਗੇ, ਪੀਸ ਆਫ ਪੇਪਰ ਦੇ ਅੰਦਰ ਵੀ ਕਿੰਨੇ ਹੀ ਐਟਮ ਹੋਣਗੇ। ਕੀ ਉਹ ਐਟਮ ਟਰਾਂਸਫਰ ਹੋ ਗਏ? ਐਟਮ ਟਰਾਂਸਫਰ ਹੋ ਕੇ ਉਹਨਾਂ ਨੇ ਅਟਰੈਕਟ ਕੀਤਾ? ਨੋ।
ਫਿਰ ਉਹ ਕੀ ਚੀਜ਼ ਹੈ ਜਿਹੜੀ ਟਰਾਂਸਫਰ ਹੋਈ ਤਾਂ ਕਿ ਉਹਨਾਂ ਦੇ ਵਿੱਚ ਅਟਰੈਕਸ਼ਨ ਬਣ ਸਕੇ। ਕਿਉਂਕਿ ਹੁਣ ਤੱਕ ਤਾਂ ਅਸੀਂ ਇਹੀ ਸੋਚਿਆ ਸੀ ਕਿ ਮਾਸ ਹੀ ਮਾਸ ਨੂੰ ਅਟਰੈਕਟ ਕਰਦਾ ਇਨ ਗ੍ਰੈਵੀਟੇਸ਼ਨ, ਹੋਰ ਤਾਂ ਅਟਰੈਕਸ਼ਨ ਦਾ ਕੋਈ ਲਾਅ ਹੀ ਨਹੀਂ ਕੀਤਾ ਸੀ ਕਿ ਜੇ ਦੋ ਮਾਸ ਹੋਣਗੇ ਤਾਂ ਉਹਨਾਂ ਦੇ ਵਿੱਚ ਅਟਰੈਕਸ਼ਨ ਹੋਏਗੀ। ਪਰ ਇੱਥੇ ਤਾਂ ਚੀਜ਼ਾਂ ਉਲਟ ਹੋ ਰਹੀਆਂ ਨੇ। ਇੱਥੇ ਗਲਾਸ ਰੋਡ ਨੂੰ ਜੇ ਰੱਬ ਕਰਦੇ ਆ ਸਿਲਕ ਕਲੋਥ ਨਾਲ, ਫਿਰ ਅੱਗੇ ਲੈ ਕੇ ਜਾਂਦੇ ਆ ਤਾਰਾਂ ਨਾਲ, ਬਰੀਕ ਤਾਰਾਂ ਨਾਲ। ਬੇਟਾ ਤੁਸੀਂ YouTube 'ਤੇ ਆਮ ਹੀ ਐਗਜ਼ਾਮਪਲਸ ਪਈਆਂ ਹੋਣਗੀਆਂ, ਤੁਸੀਂ ਆਪਦੀ ਬੁੱਕ ਦੇ ਵਿੱਚ ਸਟੱਡੀ ਕਰੋ। ਤੁਸੀਂ ਔਨ YouTube ਇਜ਼ ਵੈਰੀ ਬੈਸਟ ਸੋਰਸ ਟੂ ਸਟੱਡੀ ਅਬਾਊਟ ਦੀ ਲਾਈਵ ਡੈਮੋਨਸਟ੍ਰੇਸ਼ਨ ਕਿ ਕਿਵੇਂ ਬੈਲੂਨ ਤੋਂ ਪਾਸੇ ਹੁੰਦੀਆਂ। ਯਾਨੀ ਕਿ ਅਟਰੈਕਸ਼ਨ ਵੀ ਅਸੀਂ ਦੇਖੀ, ਇੱਥੇ ਰਿਪਲਸ਼ਨ ਵੀ ਦੇਖੀ। ਅਸੀਂ ਤਾਂ ਇਹੀ ਸਿੱਖਿਆ ਸੀ ਕਿ ਜੇ ਮਾਸ ਟਰਾਂਸਫਰ ਹੁੰਦਾ ਤਾਂ ਅਟਰੈਕਸ਼ਨ ਹੀ ਹੋਵੇਗੀ, ਰਿਪਲਸ਼ਨ ਨਹੀਂ ਹੁੰਦੀ। ਹੁਣ ਦੇਖੋ ਬੱਚੇ, ਜੇ ਐਟਮ ਟਰਾਂਸਫਰ ਹੋਏ ਹੁੰਦੇ ਇੱਥੇ ਤਾਂ ਹੀ ਅਟਰੈਕਸ਼ਨ ਆਉਣੀ ਚਾਹੀਦੀ ਸੀ। ਇੱਥੇ ਤਾਂ ਅਟਰੈਕਸ਼ਨ ਹੀ ਹੋ ਰਹੀ ਹੈ, ਨੋ ਡਾਊਟ ਰਿਪਲਸ਼ਨ ਨਹੀਂ ਹੋਈ। ਜੇ ਐਟਮ ਟਰਾਂਸਫਰ ਹੁੰਦੇ ਆ ਇਹਦਾ ਮਤਲਬ ਕੰਘੇ ਨੂੰ 4 ਵਾਰ ਰਗੜ ਕੇ ਜਦੋਂ ਬਿਟਸ ਆਫ ਪੀਸਿਸ ਆਫ ਪੇਪਰ ਨਾਲ ਕਰੀ ਜਾਵਾਂਗੇ, ਰਿਪੀਟਡਲੀ ਐਕਸਪੈਰੀਮੈਂਟ ਨੂੰ ਕਰੀ ਜਾਵਾਂਗੇ, ਇੱਕ ਟਾਈਮ 'ਤੇ ਕੋਂਬ ਪੇਪਰ ਜਿੰਨਾ ਹਲਕਾ ਹੋ ਜਾਏਗਾ ਅਤੇ ਪੇਪਰ ਹੈ ਜਿਹੜੇ ਕੋਂਬ ਜਿੰਨੇ ਭਾਰੇ ਹੋ ਜਾਣਗੇ, ਕਿਉਂਕਿ ਮਾਸ ਤਾਂ ਆਟੋਮੈਟਿਕਲੀ ਟਰਾਂਸਫਰ ਹੋ ਰਿਹਾ। ਜਾਂ ਫਿਰ ਵਾਈਸ ਵਰਸਾ ਉਲਟ ਵੀ ਹੋ ਸਕਦਾ। ਇੱਕ ਚੀਜ਼ ਤਾਂ ਸ਼ੋਰ ਹੈ, ਜਦੋਂ ਕੋਂਬ ਹੀ ਰਹਿੰਦਾ ਉਹਦੇ ਵਿੱਚੋਂ ਐਟਮ ਟਰਾਂਸਫਰ ਨਹੀਂ ਕਰਦੇ। ਹੁਣ ਇਹ ਵੀ ਤਾਂ ਦੇਖੋ, ਕਿਸੇ ਸੋਲਿਡ ਦੀ ਅਟੋਮਿਕ ਕੰਪੋਜੀਸ਼ਨ ਜੇ ਅਸੀਂ ਚੇਂਜ ਕਰ ਦਈਏ ਤਾਂ ਕੀ ਉਹ ਪਲਾਸਟਿਕ ਰਹੇਗੀ? ਨੋ। ਕੀ ਉਹ ਪੇਪਰ, ਜੇ ਪੇਪਰ ਦੀ ਕੰਪੋਜੀਸ਼ਨ ਤੋਂ ਨੋ ਬੇਟਾ ਡੋਂਟ ਡਿਸਟਰਬ, ਜਾਓ। ਦੇਖੋ ਬੱਚੇ, ਐਟਮ ਦੀ ਕੰਪੋਜੀਸ਼ਨ ਨਾਲ ਇੱਥੇ ਮਾਸ ਚੇਂਜ ਕੀਤਾ। ਹੁਣ ਮਾਸ ਤਾਂ ਕੋਂਬ ਦਾ ਚੇਂਜ ਨਹੀਂ ਹੋ ਰਿਹਾ, ਪੇਪਰ ਵੀ ਚੇਂਜ ਨਹੀਂ ਹੋ ਰਹੇ। ਇਟ ਮੀਨਸ ਵੀ ਹੈਵ ਟੂ ਗੋ ਬਿਯੋਂਡ ਦ ਟਰਮ ਐਟਮ। ਹੁਣ ਸਾਨੂੰ ਐਟਮ ਦੇ ਅੰਦਰ ਜਾ ਕੇ ਵੇਖਣਾ ਪਵੇਗਾ ਕਿ ਉਸ ਕੋਂਬ ਦੇ ਵਿੱਚੋਂ ਆਖਰ ਕਿਹੜੀ ਚੀਜ਼ ਸੀ ਜਿਹੜੀ ਟਰਾਂਸਫਰ ਹੋਈ, ਉਸ ਐਟਮ ਦੇ ਵਿੱਚੋਂ ਕਿਹੜੀ ਚੀਜ਼ ਟਰਾਂਸਫਰ ਹੋਈ। ਐਟਮ ਦੇ ਅੰਦਰ ਐਜ਼ ਯੂ ਆਲਰੇਡੀ ਨੋ ਪ੍ਰੋਟੋਨਸ ਅਤੇ ਨਿਊਟਰੋਨਸ, ਇਹ ਦੋਨੋਂ ਚੀਜ਼ਾਂ ਹੁੰਦੀਆਂ ਨੇ, ਪਲੱਸ ਇਲੈਕਟ੍ਰੋਨ ਸਾਈਡ 'ਤੇ ਰਿਵੋਲਵ ਕਰਦੇ ਹੁੰਦੇ ਆ। ਹੁਣ ਇਨਸਾਈਡ ਦੀ ਨਿਊਕਲੀਅਸ ਪਿਆ ਬਹੁਤ ਸਟਰੋਂਗਲੀ, ਨਿਊਕਲੀਅਰ ਫੋਰਸਿਸ ਬਹੁਤ ਸਟਰੋਂਗ ਫੋਰਸਿਸ ਹੁੰਦੀਆਂ ਨੇ। ਇਹ ਤੁਸੀਂ ਕਲਾਸ 10th ਦੇ ਵਿੱਚ ਪੜ੍ਹਿਆ ਹੋਣਾ, ਜਦੋਂ ਐਨਰਜੀ ਚੈਪਟਰ ਕੀਤਾ ਹੋਣਾ, ਹਲਕਾ ਜਿਹਾ ਡਿਟੇਲ ਆਇਆ ਸੀ ਕਿ ਨਿਊਕਲੀਅਰ ਫੋਰਸਿਸ ਬਹੁਤ ਸਟਰੋਂਗ ਫੋਰਸਿਸ ਹੁੰਦੀਆਂ ਨੇ। ਉਹ ਪ੍ਰੋਟੋਨ ਨੂੰ ਕਦੇ ਵੀ ਬਾਹਰ ਨਹੀਂ ਆਉਣ ਦੇਣਗੀਆਂ, ਉਹ ਨਿਊਟਰੋਨ ਨੂੰ ਕਦੇ ਵੀ ਬਾਹਰ ਨਹੀਂ ਆਉਣ ਦੇਣਗੀਆਂ। ਅਤੇ ਬਾਹਰ ਕਿਹੜੀ ਚੀਜ਼ ਆਈ ਹੈ ਜਿਹਨੇ ਅਟਰੈਕਸ਼ਨ ਪੈਦਾ ਕੀਤੀ? ਇਲੈਕਟ੍ਰੋਨ। ਉਹ ਵੀ ਕਿਹੜਾ ਇਲੈਕਟ੍ਰੋਨ? ਜਿਹੜਾ ਲੂਜ਼ਲੀ ਬਾਉਂਡ ਸੀ, ਨਾ ਕਿ ਨੇੜੇ ਵਾਲਾ। ਲੂਜ਼ਲੀ ਬਾਉਂਡ ਇਲੈਕਟ੍ਰੋਨ ਟਰਾਂਸਫਰ ਹੋ ਗਿਆ। ਉਹ ਟਰਾਂਸਫਰ ਹੋ ਗਿਆ ਇੱਥੇ। ਮਤਲਬ ਇੱਕ ਚੀਜ਼, ਜਦੋਂ ਇਲੈਕਟ੍ਰੋਨ ਓਵਰਆਲ ਦੇਖਿਆ ਜਾਵੇ ਤਾਂ ਕੋਂਬ ਵੀ ਤਾਂ ਨਿਊਟਰਲ ਸੀ, ਬਿਟਸ ਆਫ ਪੇਪਰ ਵੀ ਤਾਂ ਨਿਊਟਰਲ ਸੀ। ਇਹ ਤੋਂ ਬਾਅਦ ਕੀ ਹੋ ਗਿਆ? ਕੋਈ ਚੀਜ਼ ਟਰਾਂਸਫਰ ਹੋਈ, ਇਲੈਕਟ੍ਰੋਨਸ ਟਰਾਂਸਫਰ ਹੋਏ। ਉਹਨਾਂ ਨੇ ਇੱਥੇ ਇਲੈਕਟ੍ਰੋਨਸ ਦੀ ਕਮੀ ਆਈ, ਇੱਥੇ ਇਲੈਕਟ੍ਰੋਨ ਜ਼ਿਆਦਾ ਹੋ ਗਏ, ਜਾਂ ਫਿਰ ਵਾਈਸ ਵਰਸਾ, ਕੇਸ ਕੁਛ ਵੀ ਹੋ ਸਕਦਾ। ਅਟਰੈਕਸ਼ਨ ਹੋਈ, ਉਹ ਕਿਵੇਂ ਹੋਈ, ਉਹਦੇ ਕਿਹੜੇ ਮੈਥਡ ਨੇ, ਵੀ ਵਿਲ ਸਟੱਡੀ ਫਰਦਰ। ਬਟ ਵਨ ਥਿੰਗ ਇਜ਼ ਸਰਟਨ, ਕੋਈ ਚੀਜ਼ ਟਰਾਂਸਫਰ ਹੋਈ ਹੈ। ਉਹ ਚੀਜ਼ ਨੂੰ ਕੀ ਕਿਹਾ ਗਿਆ ਬੱਚੇ? ਚਾਰਜ। ਜਦੋਂ ਇਲੈਕਟ੍ਰੋਨ ਟਰਾਂਸਫਰ ਹੁੰਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਕਿ ਚਾਰਜ ਟਰਾਂਸਫਰ ਹੋ ਰਿਹਾ, ਕਿਉਂਕਿ ਇਲੈਕਟ੍ਰੋਨ ਕਦੇ ਵੀ ਅੱਧੇ ਜਾਂ 2.5 ਨਹੀਂ ਟਰਾਂਸਫਰ ਹੁੰਦੇ, ਆਲਵੇਜ਼ ਇੰਟੀਗਰਲ ਨੰਬਰ ਦੇ ਵਿੱਚ ਟਰਾਂਸਫਰ ਹੁੰਦੇ ਨੇ। ਮਤਲਬ ਚਾਰਜ ਲਾਈਕ ਦੈਟ ਆਫ ਮਾਸ। ਚਾਰਜ ਇਜ਼ ਇੰਟ੍ਰਿੰਸਿਕ ਪ੍ਰੋਪਰਟੀ। पर फ़र्क क्या? इंट्रिंसिक प्रॉपर्टी ऑफ मैटर या फिर इंट्रिंसिक प्रॉपर्टी ऑफ एन एटम। पर फ़र्क की चार्ज ते मास बच्चे? मास ऑलवेज अट्रैक्ट ईच अदर, पर जेड़ा चार्ज है यू कैन सी द एग्जाम्पल्स फ्रॉम गूगल और अदर सोर्सिस कि चार्ज अट्रैक्ट भी कर सकता, रिपैल भी कर सकता। ਹੁਣ ਚਾਰਜ ਦੇ ਕਿੰਨੇ ਤਰ੍ਹਾਂ ਦੇ ਹੁੰਦੇ ਨੇ? ਪੋਜ਼ਿਟਿਵ ਇੱਕ ਦੂਜੇ ਨੂੰ ਰਿਪੈਲ ਕਰਦੇ ਨੇ, ਨੈਗੇਟਿਵ ਇੱਕ ਦੂਜੇ ਨੂੰ ਰਿਪੈਲ ਕਰਦੇ ਨੇ।
ਪੋਜ਼ਿਟਿਵ ਨੈਗੇਟਿਵ ਇੱਕ ਦੂਜੇ ਨੂੰ ਅਟਰੈਕਟ ਕਰਦੇ ਨੇ ਆਲਵੇਜ਼। ਸੋ ਅਟਰੈਕਟਿਵ ਐਂਡ ਰਿਪਲਸ਼ਨ ਇਹ ਪ੍ਰੋਪਰਟੀ ਆਈ ਚਾਰਜ ਦੇ ਵਿੱਚ। ਹੋਰ ਸਪੀਡ ਦੇ ਨਾਲ ਕਦੇ ਵੀ ਮਾਸ ਨਹੀਂ ਚੇਂਜ ਕਰਦਾ, ਮਾਸ ਚੇਂਜ ਕਰਦਾ ਸੌਰੀ, ਐਟ ਦੀ ਸਪੀਡ ਕੰਪੇਅਰੇਬਲ ਟੂ ਦੀ ਸਪੀਡ ਆਫ ਲਾਈਟ ਮਾਸ ਚੇਂਜ ਕਰ ਜੂਗਾ, ਪਰ ਚਾਰਜ ਨਹੀਂ ਚੇਂਜ ਕਰਦਾ। ਹੁਣ ਇਹੀ ਚੀਜ਼ ਨੂੰ, ਇਹ ਕੰਸੈਪਟ ਹੈ ਬੇਸਿਕਲੀ ਚਾਰਜ ਦਾ। ਪਹਿਲਾਂ ਤਾਂ ਆਪਾਂ ਕਿਉਂ ਪੜ੍ਹ ਰਹੇ ਹਾਂ, ਇਲੈਕਟ੍ਰੋਸਟੈਟ ਕਿਵੇਂ ਆਏ, ਕਿਉਂਕਿ ਸਾਡੇ ਸਾਰੇ ਕੰਸੈਪਟ ਜਿੰਨੇ ਕੁ ਅਸੀਂ ਮੈਕਰੋ ਤੋਂ ਮਾਈਕਰੋ ਤੱਕ ਆ ਕੇ +1 'ਤੇ ਰੁਕੇ ਸੀ, ਐਟਮਸ ਨੂੰ ਵਾਈਬਰੇਟ ਕਰਾ ਕੇ। ਉਦੋਂ ਬਾਅਦ +1 ਦੇ ਵਿੱਚ ਅਸੀਂ ਕੁਝ ਫਿਨੋਮੀਨਾ ਸਟੱਡੀ ਕੀਤੇ ਜਿਹੜੇ ਕਿ ਨਿਰੋਲ ਐਟਮ ਦੇ ਸਟਰਕਚਰ ਨਾਲ ਡਿਫਾਈਨ ਨਹੀਂ ਸੀ ਹੋ ਪਾਉਂਦੇ। ਉਹਨਾਂ ਦੇ ਲਈ ਸਾਨੂੰ ਐਟਮ ਦੇ ਅੰਦਰ ਦੀ ਤਹਿ ਤੱਕ ਜਾਣਾ ਪੈਣਾ ਸੀ। ਜਦੋਂ ਐਟਮ ਦੇ ਅੰਦਰ ਦੀ ਤਹਿ ਤੱਕ ਗਏ ਉਦੋਂ ਅਸੀਂ ਕੀ ਡਿਫਾਈਨ ਕੀਤਾ ਕਿ ਹਾਂ ਕੋਈ ਚਾਰਜ, ਕੋਈ ਕੁਆਂਟਿਟੀ ਨੂੰ ਡਿਫਾਈਨ ਕੀਤਾ ਜਿਹੜੀ ਜਦੋਂ ਟਰਾਂਸਫਰ ਹੋਵੇ ਤਾਂ ਅਟਰੈਕਸ਼ਨ ਅਤੇ ਰਿਪਲਸ਼ਨ ਦੀ ਪ੍ਰੋਪਰਟੀ ਆਉਂਦੀ ਹੈ। ਨਾਓ what is a charge? Q, you already know that Q is a charge, plus minus Ne। ਇਲੈਕਟ੍ਰੋਨ ਦੀ ਫਾਰਮ ਦੇ ਵਿੱਚ ਚਾਰਜ ਟਰਾਂਸਫਰ ਹੋਵੇਗਾ ਤੇ N ਕੀ ਆ, ਨੰਬਰ ਆਫ ਇਲੈਕਟ੍ਰੋਨ, ਨੰਬਰ ਆਫ ਚਾਰਜ। ਨਾਓ ਯੂਨਿਟ ਇਹਦੀ ਕੀ ਹੈ ਚਾਰਜ ਦੀ, ਯੂ ਆਲਰੇਡੀ ਨੋ ਦੈਟ 1 ਕੂਲੋਮ। ਇਹਦੀ SI ਯੂਨਿਟ ਹੈ ਕੂਲਮ। 1 ਕੂਲਮ ਕਾਹਦੇ ਬਰਾਬਰ ਹੁੰਦਾ ਬੱਚੇ, 1.6 × 10⁻⁻19 ਇਲੈਕਟ੍ਰੋਨ। ਇਹਦਾ ਮਤਲਬ 1 ਇਲੈਕਟ੍ਰੋਨ ਦੇ ਵਿੱਚ ਕਿੰਨਾ ਚਾਰਜ ਹੋਵੇਗਾ, ਸੌਰੀ ਬੇਟਾ, ਫॉर एग्जांपल 1 ਇਲੈਕਟ੍ਰੋਨ ਦੇ ਵਿੱਚ ਕਿੰਨਾ ਚਾਰਜ ਹੁੰਦਾ ਬੱਚੇ, 1.6 × 10⁻⁻19 ਕੂਲਮ। ਮੀਨਸ 1 ਕੂਲਮ ਦੇ ਵਿੱਚ ਕਿੰਨੇ ਇਲੈਕਟ੍ਰੋਨ ਹੋਣਗੇ, 1.16 × 10⁻19 ਇਲੈਕਟ੍ਰੋਨਸ। ਮਤਲਬ ਇੰਨੇ ਜ਼ਿਆਦਾ ਇਲੈਕਟ੍ਰੋਨਸ ਮਿਲ ਕੇ 1 ਕੂਲਮ ਚਾਰਜ ਬਣਾ ਰਿਹਾ। ਇਟ ਮੀਨਸ ਕੂਲਮ ਇਜ਼ ਰੀਅਲੀ ਬਿਗ ਕੁਆਂਟਿਟੀ, ਕਿਉਂਕਿ 10⁻19 ਇਲੈਕਟ੍ਰੋਨ ਮਿਲ ਕੇ ਫਿਰ 1 ਕੂਲਮ ਚਾਰਜ ਬਣਾਉਣਗੇ। ਡੋਂਟ ਕਨਫਿਊਜ਼ ਇਨ ਦਿਸ ਬੱਚੇ। 1 ਇਲੈਕਟ੍ਰੋਨ ਦੇ ਵਿੱਚ ਕਿੰਨਾ ਚਾਰਜ ਹੁੰਦਾ, 1.6 × 10⁻⁻19 ਕੂਲਮ। ਇਲੈਕਟ੍ਰੋਨ ਦੇ ਮੂਹਰੇ ਮਾਈਨਸ ਲਾ ਦੋਗੇ ਤੁਸੀਂ, ਜਦੋਂ ਆਊਗੀ ਪ੍ਰੋਟੋਨ ਦੇ ਵਿੱਚ ਕਿੰਨਾ ਹੁੰਦਾ ਤਾਂ ਪਲੱਸ ਲਾ ਦੋਗੇ। ਬਸ ਇਹੀ ਚੀਜ਼ ਹੈ। ਪੇਪਰ ਦੇ ਲਈ ਫਾਰਮੂਲਾ ਇਹ ਵਾਲਾ ਇੰਪੋਰਟੈਂਟ ਆ, ਬਟ ਵੀ ਸ਼ੁੱਡ ਬੇਸਿਕਲੀ ਨੋ ਕਿ ਅਕਸਰ ਇਹ ਚਾਰਜ ਐਕਚੁਅਲ ਦੇ ਵਿੱਚ ਹੁੰਦਾ ਕੀ ਆ। ਹੁਣ ਚਾਰਜ ਦੀਆਂ ਵੇਰੀਅਸ ਪ੍ਰੋਪਰਟੀਜ਼ ਹੁੰਦੀਆਂ ਨੇ। ਹੁਣ ਇੱਕ ਚੀਜ਼ ਤਾਂ ਤੁਹਾਨੂੰ ਪਤਾ ਲੱਗ ਗਈ ਨਾ, ਇਹ ਇੰਟ੍ਰਿੰਸਿਕ ਪ੍ਰੋਪਰਟੀਆਂ। ਹੁਣ ਪ੍ਰੋਪਰਟੀਜ਼ ਆਫ ਚਾਰਜ ਦੇ ਅੰਦਰ ਮੇਨ ਚੀਜ਼ ਜਿਹੜੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਆ ਉਹ ਇਹ ਰੱਖਣੀ ਆ ਬੇਟਾ, ਚਾਰਜ ਰਿਮੇਨ conserved, means charge can neither be created nor be destroyed। second thing ਤੁਸੀਂ ਇਹ ਰੱਖਣੀ ਆ ਕਿ charge can attract or repel another charge। ਤੀਜੀ ਚੀਜ਼ ਹੋਰ ਧਿਆਨ ਦੇ ਵਿੱਚ ਰੱਖਣੀ ਆ ਜਿਹੜੀ ਇਹਨੂੰ ਮਾਸ ਤੋਂ ਡਿਫਰੈਂਸ਼ੀਏਟ ਕਰਵਾਉਂਦੀ ਹੈ, that charge can never change with speed, ਇਨਵੇਰੀਏਬਲ ਹੈ ਵਿਦ ਸਪੀਡ। ਚੌਥੀ ਚੀਜ਼ Q = +-N। ਹੁਣ ਇਹਦੇ ਰਿਲੇਟਿਡ ਨਮੈਰੀਕਲ ਵੀ ਵਿਲ ਡੂ ਆਫਟਰਵਰਡਸ। ਦੇ ਜੋ ਵੀ ਨਮੈਰੀਕਲਸ ਹੋਣਗੇ, ਬਟ ਦਿਸ ਇਜ਼ ਐਨ ਇੰਟਰੋਡਕਟਰੀ ਲੈਕਚਰ ਬੇਟਾ, ਜਿਹਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਆਖਿਰ ਅਸੀਂ ਚਾਰਜ ਨੂੰ ਸਟੱਡੀ ਕਰਨ ਲੱਗੇ, ਕਿਉਂ ਸਟੱਡੀ ਕਰ ਰਹੇ ਹਾਂ, ਆਪਾਂ ਕੀ ਐਕਸਪੈਕਟ ਕਰਦੇ ਹਾਂ, ਕੀ ਸਿੱਖ ਕੇ ਆਏ ਹੋਵਾਂਗੇ। ਇਹ ਵਾਲੇ ਸਾਰੇ ਨਮੈਰੀਕਲ ਇਹ ਆਪਾਂ ਆਉਣ ਵਾਲੀ ਸੀਰੀਜ਼ ਦੇ ਵਿੱਚ ਡਿਸਕਸ ਕਰਾਂਗੇ। ਬਟ ਇੱਥੋਂ ਤੱਕ ਇਹ ਸਟੱਡੀ ਕਰ ਲਿਆ ਆਪਾਂ
कि +1 ਦੇ ਵਿੱਚ ਅਸੀਂ ਕਿਸੇ ਬੇਸਿਕ ਯੂਨਿਟ ਤੋਂ ਸਟਾਰਟ ਹੋ ਕੇ ਵੱਡੇ ਸਿਸਟਮ ਤੋਂ ਲੈ ਕੇ ਇੱਕ ਐਟਮ ਤੱਕ ਰੁਕੇ। ਐਟਮ ਤੋਂ ਅੱਗੇ ਅਗੇਨ ਸਾਡੇ ਕੁਛ ਕੁ ਕੰਸੈਪਟ ਰਹਿ ਗਏ ਸੀ ਜਿਹਦੇ ਲਈ ਸਾਨੂੰ ਐਟਮ ਦੀ ਇੰਟਰਨਲ ਜਾਣਾ ਪਿਆ। ਉਹ ਫਿਰ ਐਟਮ ਦੇ ਇੰਟਰਨਲ ਗਏ ਇਰਰਿਸਪੈਕਟਿਵ ਆਫ ਪ੍ਰੋਟੋਨ, ਨਿਊਟਰੋਨ ਐਂਡ ਇਲੈਕਟ੍ਰੋਨਸ। ਅਸੀਂ ਕੀ ਡਿਫਾਈਨ ਕੀਤਾ? ਚਾਰਜ ਨੂੰ। ਤੇ ਚਾਰਜ always transfer also charge is quantized, physics ਦੀ ਟਰਮ ਹੈ quantized। ਫਿਫਥ ਪੁਆਇੰਟ ਵੀ ਨਹੀਂ ਇਹਨੂੰ ਕਹਿ ਸਕਦੇ। ਚਾਰਜ ਇਜ਼ ਆਲਵੇਜ਼ ਕੁਆਂਟਾਈਜ਼ਡ। ਕੁਆਂਟਾਈਜ਼ਡ ਮਤਲਬ n ਦੀ ਵੈਲਿਊ ਕੀ ਹੋਊਗੀ? 1 2 ਅਪ ਟੂ ਇਨਫਿਨਿਟੀ, ਬਟ ਕੈਨ ਨੈਵਰ ਬੀ 1/2 2/3, ਮਤਲਬ ਫਰੈਕਸ਼ਨ ਦੇ ਵਿੱਚ ਨਹੀਂ ਹੋਊਗੀ, ਇੰਟੀਜਰ ਹੋਊਗੀ। ਇਹ ਚੀਜ਼ ਦਾ ਬੱਚੇ ਖਿਆਲ ਰੱਖਣਾ। ਹੁਣ ਕਈ ਵਾਰ ਆਪਾਂ ਨੂੰ ਇਹ ਵੀ ਸਰਟਨ ਕੂਲਮ ਆਫ ਮੰਨ ਲਓ ਐਗਜ਼ਾਮਪਲ, ਫੋਰ ਐਗਜ਼ਾਮਪਲ 7.22 × 10⁻⁻19 ਕੂਲਮ ਕਹਿਤਾ ਫੋਰ ਐਗਜ਼ਾਮਪਲ। ਚਲੋ ਇਹ ਦੇਖ ਲਓ, ਇੰਨਾ ਚਾਰਜ ਹੈ ਕਿਸੇ ਬੋਡੀ ਦੇ ਉੱਤੇ। ਦੱਸੋ ਇਹਦੇ ਵਿੱਚ ਕਿੰਨੇ ਇਲੈਕਟ੍ਰੋਨ ਹੋਣਗੇ? ਤਾਂ ਤੁਸੀਂ ਇੱਕ ਇਲੈਕਟ੍ਰੋਨ 'ਤੇ ਕਿੰਨਾ ਚਾਰਜ ਹੁੰਦਾ ਉਹ ਡਿਫਾਈਨ ਕਰ ਲਓਗੇ। ਚਲੋ ਨਿਊਮੈਰੀਕਲ ਵੀ ਵਿਲ ਸਟੱਡੀ ਇਨ ਡਿਟੇਲ ਆਫਟਰਵਰਡ। ਓਕੇ ਬੇਟਾ, ਇਹਦੇ ਨਿਊਮੈਰੀਕਲ ਤਾਂ ਬਿਲਕੁਲ ਅਲੱਗ ਤੋਂ ਲੈਕਚਰ ਆਵੇਗਾ, ਲੇਕਿਨ ਤੁਹਾਨੂੰ ਬੇਸਿਕ ਕਲੀਅਰ ਹੋਣਾ ਚਾਹੀਦਾ। ਬੇਸਿਕ ਵਾਈ ਵੀ ਆਰ ਸਟੱਡਿੰਗ ਅਬਾਊਟ ਚਾਰਜ। ਟੂਡੇਜ਼ ਲੈਕਚਰ ਇਜ਼ ਦਿਸ ਓਨਲੀ। ਟਮੋਰੋ ਵੀ ਵਿਲ ਡਿਸਕਸ ਅਬਾਊਟ ਆਲ टाइप्स ऑफ न्यूमेरिकल्स कैन कम बेस्ड ऑन दिस। ਇਹਦੇ ਉੱਤੇ ਵੀ ਵੈਰਾਈਟੀ ਹੈ ਪੂਰੀ, ਇੱਕ ਪੂਰੀ ਫੈਮਿਲੀ ਹੈ। ਦੈਟ ਇਜ਼ ਵਾਈ ਮੈਂ ਅੱਜ ਨਹੀਂ ਕਰਵਾ ਰਹੀ। ਪੂਰੀ ਵੈਰਾਈਟੀ ਹੈ ਨਿਊਮੈਰੀਕਲਸ ਦੀ। IIT ਲੈਵਲ ਦੇ ਵੀ ਨਿਊਮੈਰੀਕਲਸ ਨੇ, ਫਰੋਮ ਸਿੰਪਲ ਟੂ IIT ਲੈਵਲ। ਜੇ ਦੇਖਿਆ ਜਾਵੇ ਅੱਜ ਕੱਲ੍ਹ ਬੋਰਡ ਵੀ ਸਿੰਪਲ ਨਿਊਮੈਰੀਕਲ ਨਹੀਂ ਪਾ ਰਹੇ। ਓਕੇ ਬੇਟਾ, ਵੀ ਵਿਲ ਡੂ ਦੀ ਨਿਊਮੈਰੀਕਲ ਇਨ ਦੀ ਨੈਕਸਟ ਲੈਕਚਰ।